ਧੰਨਤਾ ਦੇ ਯੋਗ ਹੋਂ। आओ कुछ समा गुरु जी के चरणों दे विच बैठ करके गुरबाणी दियां विचारां, गुर इतिहास दियां विचारां सरवण करके अपने समय और सवासां नूं सफले बनाउण दा यतन करिए। असीं तुसीं सारे ही कर्मां वाले हों, जिन्हां नूं सतगुरु जी दे चरनां दे विच बैठण दे सुभाग समय प्राप्त होए ने। पंचम पातशाह गुरु अर्जन देव महाराज जी गुरबाणी दे विच फरमान करदे आ, आसा महला पंजवां, सोए रही प्रभ खबर न जानी, भोर पिया बहुर पछतानी। पत्नी सुती पई है अते अपने स्वामी दे संदेश नूं नहीं जानदी। इत्थे पत्नी किनू आखिया? इत्थे पत्नी आखिया साडी आत्मा नूं। महाराज जी कहते आत्मा सुती पई आ, वो परमेश्वर दे संदेश नूं हुक्म नूं इन्हें जानिया नहीं। कहते जद दिन चढ़ आउंदा है तद ओह हमेशा अफसोस करदी है। जदों दिन चढ़दा फिर कहते वो अफसोस करती है। अगे की कहते ने गुरु अर्जन देव महाराज जी, प्रिया प्रेम सहज मन नंद तरोरी, अपने प्रीतम दे प्यार द्वारा हे पत्नीए तू अपने दिल अंदर सुखैन ही खुशी पा लवेगी। प्रभ मिलबे की ललसा ताते आलस कहाँ करोरी रहाओ। कहते जद तेरे विच अपने स्वामी नूं मिलण दी तांघ है तद तू ढिल क्यों करदी है। महाराज जी कहते फिर क्यों ढिल करदी है जदों परमेश्वर नूं मिलण दी तांघ है। आत्मा नूं कह रहे ने कर मह अमृत आण निसारियो, खिसर गयो परम पूम डारियो। कहते उसदे पति ने आके उसदे हाथ विच सुधा रस पा दिता है, पर एक तिलक गया ते जमीन ते डिग पिया। साध मोहे लादी अंकारे, दोष नहीं प्रभ करने हारे। महाराज जी कहते वो वसई स्वादा संसारी ममता अते गुरूर नाल लदी हुई है। इसलिए सिरजनहार स्वामी दा कोई कसूर नहीं है। असी परमेश्वर नूं दोष दिंदे आ, असी परमेश्वर नूं दोष दिंदे आ। महाराज जी कहते दद्दा दोष ना दिओ किसै, दोष कर्मा अपनिया। जो मैं किया सो मैं पाया,
ਦੋਸ ਨਾ ਦੀਜੇ ਆਵਰਜਨਾ। ਪਿਛਲੇ ਜਨਮ ਦਾ ਬੀਜਿਆ ਹੋਇਆ ਹੁਣ ਵੱਢ ਰਿਹਾ, ਹੁਣ ਦਾ ਬੀਜਿਆ ਹੋਇਆ ਅੱਗੇ ਵੱਢਾਂਗੇ। ਜਿਹੇ ਜਿਹੇ ਕਰਮ ਪਿੱਛੇ ਅਸੀਂ ਕੀਤੇ ਨਾ ਪਿਛਲੇ ਜਨਮ ਦੇ ਵਿੱਚ, ਉਹ ਗੁਰਮੁਖ ਪਿਆਰਿਓ ਸਾਨੂੰ ਹੁਣ ਉਹਦਾ ਭੁਗਤਾਨ ਕਰਨਾ ਪੈ ਰਿਹਾ। ਜੋ ਬੀਜਿਆ ਸੀ ਉਹ ਹੁਣ ਸਾਨੂੰ ਵੱਢਣਾ ਪੈ ਰਿਹਾ। ਮਹਾਰਾਜ ਜੀ ਕਹਿੰਦੇ ਜੈਸਾ ਬੀਜੇ ਸੋ ਲੁਣਾ, ਕਰਮਾ ਸੰਦਣਾ ਖੇਤ। ਦੋ ਤਰ੍ਹਾਂ ਦੀ ਧਰਤੀ ਮੰਨੀ ਆ ਗੁਰਬਾਣੀ ਨੇ। ਇੱਕ ਤਾਂ ਬਾਹਰਲੀ ਧਰਤੀ ਹੈ ਜਿਹੜੀ ਆਪਾਂ ਮਸ਼ੀਨਰੀ ਦੇ ਨਾਲ ਬੀਜ ਬੀਜਦੇ ਆ, ਇੱਕ ਧਰਤੀ ਆ ਸਰੀਰ ਰੂਪੀ ਧਰਤੀ। ਸਰੀਰ ਰੂਪੀ ਧਰਤੀ ਦੇ ਵਿੱਚ ਬੀਜ ਕਾਹਦੇ ਨਾਲ ਬੀਜਿਆ ਜਾਂਦਾ? ਗਿਆਨ ਇੰਦਰੀਆਂ ਦੇ ਨਾਲ, ਹੱਥਾਂ ਦੇ ਨਾਲ, ਅੱਖਾਂ ਦੇ ਨਾਲ, ਜੀਭ ਦੇ ਨਾਲ, ਪੈਰਾਂ ਦੇ ਨਾਲ। ਇਹ ਪੈਰ ਚੱਲ ਕੇ ਮਾੜੀ ਸੰਗਤ ਵੱਲ ਚਲੇ ਗਏ, ਸਮਝ ਲਓ ਮਾੜਾ ਬੀਜ ਬੀਜ ਲਿਆ। ਇਹ ਜ਼ੁਬਾਨ ਦੇ ਨਾਲ ਮਾੜੇ ਬੋਲ ਬੋਲ ਦਿੱਤੇ, ਸਮਝ ਲਓ ਮਾੜਾ ਬੀਜ ਬੀਜਿਆ ਗਿਆ। ਹੱਥਾਂ ਨਾਲ ਮਾੜਾ ਕੁਝ ਕਰ ਦਿੱਤਾ ਨਾ, ਸਮਝ ਲਓ ਮਾੜਾ ਬੀਜ ਬੀਜਿਆ ਗਿਆ। ਅੱਖਾਂ ਦੇ ਨਾਲ ਮਾੜਾ ਕੁਝ ਦੇਖ ਲਿਆ ਤੇ ਸਮਝ ਲਓ ਮਾੜਾ ਬੀਜ ਬੀਜਿਆ ਗਿਆ। ਮੂੰਹ ਦੇ ਨਾਲ ਕੁਝ ਬੋਲ ਦਿੱਤਾ, ਸਮਝ ਲਓ ਮਾੜਾ ਬੀਜ ਬੀਜਿਆ ਗਿਆ। ਤਾਂ ਗੁਰਮੁਖ ਪਿਆਰਿਓ ਮਹਾਰਾਜ ਜੀ ਕਹਿੰਦੇ ਦੱਦਾ ਦੋਸ ਨਾ ਦਿਓ ਕਿਸੈ, ਦੋਸ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਆਵਰਜਨਾ। ਕਹਿੰਦੇ ਕਿਉਂ ਕਿਸੇ ਨੂੰ ਦੋਸ਼ ਦਿੰਦਾ? ਦੋਸ਼ ਤੇਰੇ ਕਰਮਾਂ ਦਾ ਹੈ। ਹੁਣ ਤੈਨੂੰ ਮਨੁੱਖਾ ਜਨਮ ਮਿਲਿਆ ਹੈ, ਜਿਹੜੇ ਤੇਰੇ ਪਿਛਲੇ ਮਾੜੇ ਕਰਮ, ਮਾੜੇ ਲੇਖ ਲਿਖੇ ਗਏ ਨੇ। ਆ ਜਨਮ ਤੈਨੂੰ ਮਿਲਿਆ ਉਹ ਮਾੜੇ ਲੇਖ ਨੂੰ ਦੂਰ ਕਰਨ ਵਾਸਤੇ, ਮਾੜੇ ਲੇਖ ਮਿਟਾਉਣ ਵਾਸਤੇ ਚੰਗੇ ਚੰਗੇ ਲੇਖ ਸਤਿਗੁਰੂ ਲਿਖ ਦਿੰਦੇ ਨੇ। ਅਸੀਂ ਦੁਖੀ ਕਿਉਂ ਰਹਿੰਦੇ ਆ? ਸਾਡੀਆਂ ਮਨ ਦੀਆਂ ਭਾਵਨਾ ਇੱਛਾ ਪੂਰੀਆਂ ਕਿਉਂ ਨਹੀਂ ਹੁੰਦੀਆਂ? ਕਿਉਂ ਦੁਖੀ ਰਹਿੰਦੇ ਆ? ਕੀ ਕਾਰਨ ਹੈ? ਕਿ ਅਸੀਂ ਰੱਬ ਦੇ ਨਾਲੋਂ ਟੁੱਟ ਗਏ। ਆਖੋ ਸਤਨਾਮ। ਬੂਟਾ ਕਦੋਂ ਸੁੱਕਦਾ ਭਾਈ? ਜਿਹੜਾ ਲੱਗਿਆ ਹੁੰਦਾ ਜ਼ਮੀਨ ਤੇ, ਬੂਟਾ ਉਦੋਂ ਸੁੱਕਦਾ ਹੈ ਤੇ ਜਦੋਂ ਉਹਦੀ ਜੜ ਪੱਟੀ ਜਾਏ। ਉਹਦੀ ਜੜ ਪੱਟੀ ਜਾਏ ਉਹ ਬੂਟਾ ਫਿਰ ਉਦੋਂ ਸੁੱਕਦਾ ਹੈ, ਨਹੀਂ ਉਹ ਸੁੱਕਦਾ ਨਹੀਂ ਹੁੰਦਾ, ਉਦੋਂ ਸੁੱਕਦਾ। ਅਸੀਂ ਦੁਖੀ ਕਿਉਂ ਹੁੰਨੇ ਆ? ਸਾਨੂੰ ਦੁੱਖਾਂ ਨੇ ਕਿਉਂ ਘੇਰਾ ਪਾ ਲਿਆ? ਕਿ ਅਸੀਂ ਪਰਮੇਸ਼ਰ ਨੂੰ ਵਿਸਾਰ ਦਿੱਤਾ। ਆਖੋ ਸਤਨਾਮ। ਮਹਾਰਾਜ ਜੀ ਕਹਿੰਦੇ ਨੇ, ਮੈਂ ਨਹੀਂ ਕਹਿੰਦਾ ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਨਮਾਂ ਜਨਮਾਂ ਦੇ ਵਿਜੋਗ ਲੱਗ ਜਾਂਦੇ ਨੇ ਜਦੋਂ ਅਸੀਂ ਗੁਰੂ ਨੂੰ ਭੁੱਲ ਜਾਂਦੇ ਆ। ਬੜੇ ਮਿਲਦੇ ਨੇ, ਬਾਬਾ ਜੀ ਕੀ ਕਰੀਏ ਬੜੇ ਦੁਖੀ ਆ। ਸਤ ਸੰਗਤ ਕਰਿਆ ਕਰੋ ਭਾਈ, ਨਾਮ ਜਪਿਆ ਕਰੋ, ਅੰਮ੍ਰਿਤ ਵੇਲੇ ਗੁਰੂ ਦੇ ਚਰਨਾਂ 'ਚ ਆਇਆ ਕਰੋ। ਕੀ ਕਰੀਏ ਜੀ, ਉੱਠੇ ਨਹੀਂ ਜਾਂਦਾ ਹੈ। ਜਿਹੜਾ ਉੱਠ ਕੇ ਇਸ਼ਨਾਨ ਪਾਣੀ ਕਰਕੇ ਗੁਰੂ ਦੇ ਚਰਨਾਂ 'ਚ ਨਹੀਂ ਆ ਸਕਦਾ, ਗੁਰਬਾਣੀ ਨਹੀਂ ਸੁਣ ਸਕਦਾ, ਸਿਮਰਨ ਨਹੀਂ ਕਰ ਸਕਦਾ, ਉਹ ਫਿਰ ਕਿਹੜੇ ਸੁੱਖਾਂ ਦੀ ਆਸ ਭਾਲਦਾ? ਆਖੋ ਸਤਨਾਮ। ਇਹ ਮੈਂ ਨਹੀਂ ਕਹਿੰਦਾ, ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਭਾਈ। ਮਹਾਰਾਜ ਜੀ ਕਹਿੰਦੇ ਜੋ ਸੁਖ ਕੋ ਚਾਹੇ ਸਦਾ, ਸਰਨ ਰਾਮ ਕੀ ਲਹੇ। ਕਹਿੰਦੇ ਗੁਰੂ ਦੇ ਚਰਨਾਂ 'ਚ ਆਉਣਾ ਪੈਣਾ। ਜੇ ਤੂੰ ਸਦਾ ਵਾਸਤੇ ਸੁੱਖ ਚਾਹੁੰਦਾ ਤਾਂ ਜ਼ਰੂਰ ਆ ਜਾ, ਜੇ ਨਹੀਂ ਚਾਹੁੰਦਾ ਵੀ ਦੁੱਖੇ ਠੀਕ ਨੇ ਫਿਰ ਨਾ ਆਇਆ ਕਰ ਗੁਰੂ ਦੇ ਚਰਨਾਂ ਵਿੱਚ। ਫਿਰ ਕੋਈ ਨਹੀਂ, ਤੂੰ ਗੁਰੂ ਦੇ ਚਰਨਾਂ 'ਚ ਆਵੇਂਗਾ ਤੇ ਗੁਰੂ ਨੂੰ ਕੋਈ ਘਾਟਾ ਨਹੀਂ ਪੈਣਾ, ਕੋਈ ਵਾਧਾ ਨਹੀਂ ਹੋਣਾ। ਜੇ ਨਹੀਂ ਆਏਗਾ ਤਾਂ ਗੁਰੂ ਦਾ ਕੁਝ ਘਟ ਨਹੀਂ ਜਾਣਾ। ਜੇ ਤੂੰ ਗੁਰੂ ਦੇ ਚਰਨਾਂ ਦੇ ਵਿੱਚ ਆਵੇਂਗਾ ਨਾ ਤਾਂ ਤੇਰਾ ਬਹੁਤ ਕੁਝ ਵੱਧ ਜਾਣਾ ਹੈ।
तेरा दुखों का छुटकारा हो जाना है, दुखा पापां का नाश हो जाना ते बाणी भजन का प्रकाश हो जाना है। महाराज जी कहते दोष नहीं प्रभ करने हारै, साध संग मिटे भरम अंधारे। इसलिए सिरजनहार स्वामी का कोई कसूर नहीं है। परमेश्वर का की कसूर है भाई? परमेश्वर का आवाजा मारदा, आजा तेनू तार दिया, आजा तेरे दुख दूर कर दिया। जे तू नहीं कराउणा चाहुंदा, नहीं तरना चाहुंदा, फिर तेरी मर्जी आ। फिर इहदे विच परमेश्वर का की कसूर है? परमेश्वर नूं क्यों दोष दिंदे आ? दोष साडे कर्मां दा है। महाराज जी कहते सत संगत अंदर बहम दा हनेरा निवृत्त हो जाता। साडे अंदर बहम आ ना, जिहड़ा भरम है, ਉਹ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ, ਸਤ ਸੰਗਤ ਦੇ ਵਿੱਚ ਆ ਕੇ, ਉਹ ਵਹਿਮ ਦਾ ਭਰਮ ਦਾ ਜਿਹੜਾ ਹਨੇਰਾ ਨਾ, ਉਹ ਦੂਰ ਹੋ ਜਾਂਦਾ। ਆਖੋ ਸਤਨਾਮ। ਇਹ ਤਾਂ ਨਿੱਕੀ ਨਿੱਕੀ ਗੱਲ ਤੋਂ ਵਹਿਮ ਕਰ ਲੈਂਦੇ ਆ, ਭਰਮ ਕਰ ਲੈਂਦੇ ਆ। ਕਈ ਅਖੰਡ ਪਾਠ ਸਾਹਿਬ ਕਰਾਉਂਦੇ ਨੇ, ਕਹਿਣਗੇ ਜੀ ਇੱਧਰ ਨੂੰ ਮੂੰਹ ਕਰ ਦਿਓ ਜੀ, ਇੱਧਰ ਨੂੰ ਕਰ ਲਓ ਜੀ। ਲੈ, ਜਿੱਥੇ ਗੁਰੂ ਇਹ ਆ ਗਿਆ ਉੱਥੇ ਕਾਹਦੀ ਘਾਟ ਰਹਿਣੀ ਆ? ਅਸੀਂ ਫਿਰ ਵੀ ਵਹਿਮਾਂ 'ਚ ਭਰਮਾਂ 'ਚ ਪੈ ਰਹਿੰਦੇ ਹਾਂ। ਕੋਈ ਕਿਸੇ ਨੇ ਸਿੱਕ ਮਾਰ ਦਿੱਤੀ, ਅਗਲਾ ਕਹਿੰਦਾ ਬਹਿ ਜਾਓ ਯਾਰ, ਰੁਕ ਜਾਓ, ਸਿੱਕ ਮਾਰਤੀ, 4 ਗਾਲਾਂ ਕੱਢਦਾ। ਕੋਈ ਬਿੱਲੀ ਲੰਘ ਗਈ ਅੱਗੋਂ ਦੀ, ਫਿਰ ਕਹਿੰਦੇ ਵੀ ਬਿੱਲੀ ਰਸਤਾ ਕੱਟ ਗਈ, ਰੁਕ ਜਾਓ। ਆ ਨਿੱਕੇ ਨਿੱਕੇ ਭਰਮਾਂ ਦੇ ਵਿੱਚ ਪਏ ਹੋਏ ਆ। ਇੱਕ ਦਿਨ ਅਸੀਂ ਲੁਧਿਆਣੇ ਦੀਵਾਨ ਤੇ ਜਾ ਰਹੇ ਸੀ, ਉਰੇ ਆਉਣ ਤੋਂ ਪਹਿਲਾਂ ਦੀ ਗੱਲ ਆ। ਅਸੀਂ ਦੀਵਾਨ ਤੇ ਤੁਰਨੇ ਲੱਗੇ ਤੀ, ਉਹ ਬਿੱਲੀ ਰਸਤੇ ਦੇ ਉੱਪਰ ਦੀ ਲੰਘ ਗਈ। ਮੇਰੇ ਨਾਲ ਸੀ ਇੱਕ ਬੰਦਾ, ਪਿੰਡ ਦੀ ਸੀ, ਕਹਿੰਦਾ ਰੁਕੋ 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 ਬਾਬਾ ਜੀ। ਮੈਂ ਪਤਾ ਨਹੀਂ, ਮੈਂ ਡਰ ਗਿਆ, ਮੈਂ ਪਤਾ ਨਹੀਂ ਕੀ ਹੋ ਗਿਆ। ਮੈਂ ਹਾਂ ਕੀ ਹੋ ਗਿਆ? ਕਹਿੰਦਾ ਜੀ ਬਿੱਲੀ ਰਸਤਾ ਕੱਟ ਗਈ ਹੈ, ਲੰਘ ਗਈ ਆ। ਵਾਹ, ਭਾਵੇਂ 10 ਬਿੱਲੀਆਂ ਲੰਘ ਜਾਣ, ਇਹਨਾਂ ਨਾਲ ਕੀ ਹੁੰਦਾ? ਇਹ ਸਾਡੇ ਮਨ ਦੇ ਵਹਿਮ ਨੇ, ਸਾਡੇ ਮਨ ਦੇ ਭਰਮ ਨੇ। ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਭਰਮ ਆ, ਵਹਿਮ ਆ, ਤਾਂ ਗੁਰਮੁਖ ਪਿਆਰੇ, ਰੱਬ ਦੇ ਪਿਆਰੇ, ਉਹਨਾਂ ਦਾ ਵਹਿਮ ਭਰਮ ਕੱਢ ਦਿੰਦੇ ਆ। ਗੁਰਾਂ ਦੀ ਬਾਣੀ ਉਹਨਾਂ ਦਾ ਵਹਿਮ ਭਰਮ ਕੱਢਦੀ ਆ। ਸਤਿਗੁਰੂ ਜੀ ਸਾਨੂੰ ਸਮਝਾਏ ਰਹੇ ਨੇ। ਮਹਾਰਾਜ ਜੀ ਕਹਿੰਦੇ ਸਾਧ ਸੰਗ ਮਿਟੇ ਭਰਮ ਅੰਧਾਰੇ। ਜਦੋਂ ਤੂੰ ਸਤ ਸੰਗਤ ਦੇ ਵਿੱਚ ਆਵੇਂਗਾ, ਆ ਗੁਰੂ ਦੇ ਬਚਨ ਸੁਣੇਗਾ, ਤੇਰੇ ਭਰਮ ਵੀ ਦੂਰ ਹੋ ਜਾਣੇ ਨੇ, ਵਹਿਮ ਦੂਰ ਹੋ ਜਾਣੇ ਨੇ। ਜਿਹੜਾ ਤੇਰੇ ਅੰਦਰ ਅਗਿਆਨਤਾ ਦਾ ਹਨੇਰਾ ਨਾ, ਇਹ ਵੀ ਤੇਰਾ ਦੂਰ ਹੋ ਜਾਵੇਗਾ। ਕੋ ਸਤਨਾਮ। ਮਹਾਰਾਜ ਜੀ ਕਹਿੰਦੇ ਨਾਨਕ ਮਿਲੀ ਸਿਰਜਨਹਾਰੇ। ਨਾਨਕ ਜਦ ਕਰਤਾਰ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ, ਫਿਰ ਨਹੀਂ ਕੋਈ ਵਹਿਮ ਭਰਮ ਰਹਿੰਦਾ ਹੈ। ਆਸਾ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਆਸਾ ਰਾਗ ਦੇ ਵਿੱਚ ਫਰਮਾਨ ਕਰਦੇ ਨੇ। 31 ਰਾਗਾਂ ਦੇ ਵਿੱਚ ਗੁਰਬਾਣੀ ਲਿਖੀ ਹੋਈ ਹੈ। 31 ਰਾਗਾਂ ਦੇ ਵਿੱਚ 6 ਗੁਰੂਆਂ ਦੀ ਗੁਰਬਾਣੀ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 6 ਗੁਰੂਆਂ ਦੀ ਗੁਰਬਾਣੀ ਆ, 31 ਰਾਗਾਂ ਦੇ ਵਿੱਚ। ਔਰ ਭਗਤਾਂ ਦੀ ਬਾਣੀ 15 ਭਗਤ 11 ਭੱਟ, 15 ਭਗਤਾਂ ਦੀ, 11 ਭੱਟਾਂ ਦੀ ਅਤੇ 4 ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। 4 ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਭਾਈ ਮਰਦਾਨਾ, ਭਾਈ ਸੁੰਦਰ, ਇਸ ਤਰ੍ਹਾਂ 4 ਗੁਰਸਿੱਖਾਂ ਦੀ ਬਾਣੀ, ਮਰਦਾਨਾ ਅਤੇ ਸੁੰਦਰ, ਸੱਤਾ ਤੇ ਬਲਵੰਡ, ਇਹ 4 ਗੁਰੂਆਂ ਦੀ ਬਾਣੀ ਆ। ਸੱਤਾ ਤੇ ਬਲਵੰਡਾ
ये गुरु के कीर्तनीय सी। गुरु की हजूरी दे विच कीर्तन करया करदे सी। सत्ता ते बलवंड ये लोकां दे घरे पहला ये ढोलकियां बजा के लोकां दे घरे मंगया करदे सी। आवाज़ बड़ी वधिया सी इन्हां दी दोनां दी, सुरीली आवाज़ सी सत्ता ते बलवंड दी। इन्हां नूं किसी ने दस्सिया, कहंदे क्यों भटकदे फिरदे, तुसीं गुरु दे चरनां दे विच जाओ, उत्थे कीर्तन करया करो, गुरु तुहाडे ते किरपा करेगा, तुहाडी चढ़दी कला हो जानी आ। ये फिर गुरु अर्जन देव महाराज जी के चरणों दे विच आए। गुरु अर्जन देव महाराज जी नूं कहन लगे, कहंदे महाराज जी असीं शब्द पढ़ लैंदे आ। महाराज जी कहंदे कोई नहीं भाई, पढ़िया करो शब्द, फिर कीर्तन करया करो। ये हुण कीर्तन करते ने, गुरु के कीर्तनीय बन गए ने। जिहड़े दर दर ते मंगते फिरदे सी ना, अज लोकी इन्हां दा गुरु दा कीर्तनीय करके सत्कार करन लग गए भी गुरु घर दे कीर्तनीय ने। गुरु अर्जन देव महाराज के चरणों च बह के कीर्तन करते हैं, सारे इन्हां दा सत्कार करते हैं, मान आदर करते हैं। इसे तरह समा चलता गया, चलता गया, चलता गया। सत्ता ते बलवंड इन्हां दी भैन दी शादी आ गई, ब्याह। इन्हां ने सोचा भी ब्याह आ गया तो गुरु जी नूं करिए बेनती, कुछ ना कुछ माया साया कुछ ना कुछ देणगे। इन्हां ने मन दे विच एक गल सोच ली भी जिहड़ा अंमृतसर रोज़ चढ़ावा चढ़दा, चढ़ावा काफ़ी चढ़ जांदी, संगतां बड़ियां आंदियां ने, भी आपां एक दिन दा चढ़ावा मंग लैंदे आ गुरु अर्जन देव महाराज जी तो, ਉਹਦੇ ਨਾਲ अपना सारा कारज लोट आ जाऊगा। इन्नी कमाया चढ़ती सी बहुत ज़्यादा। अज देख लो भी कितनी माया चढ़ती आ। थोड़े चिर बाद गोलक भर जाते, चक लेंदे ने, दूजी भर जाते, चक लेंदे ने, गेड़े दिंदे फिरी जाते हैं। कोई 500 पा गया, कोई 1000 पा गया, कोई गत्थी सिट गया नोटां दी, कोई 100, कोई 10, कोई 20, कोई 50। कि मेरे वर्गे विचारे रुपये पाने वाले ने। तो गुरमुख प्यारिओ, अज माया कितनी चढ़ती आ। तो वो समय फिर जोड़े गुरु अर्जन देव महाराज जी मौजूदा आप उस जगह ते बैठा करते सी जिथे अज गुरु ग्रंथ साहिब महाराज जी प्रकाश ने। किन्नी क माया चढ़ती होनी, तुसीं अपने आप अंदाजा ला लो। गुरु जी अपने शरीर होंदे आ हाजर नाजर होंदे सी जदों प्रतख। इन्हां ने सत्ते ते बलवंड ने सोचा भी जे माया मंगांगे, हो सकता मंगण दे नाल कम्मे ना चले, अपना सरे ना। कहते ऐ करदे आ भी एक दिन का चढ़ावा मंग लैने, भी एक दिन का चढ़ावा दे दिओ जी। भी नाले चलो कारज रास हो जाएगा, नाले 4 पैसे विच माड़े मोटे बच जाणगे, काम आ जाने ने विच ही। एक कहण लगे गुरु अर्जन देव महाराज जी नूं, कहंदे सच्चे पातशाह साडी भैन दी शादी आ, ब्याह। महाराज जी कहंदे भाई बड़ी खुशी दी गल आ, साडे लायक सेवा दसो की करिए। तुहाडी भैन होई कि साडी होई, दसो किन्नी माया चाहिदी है तुहानूं कारज वास्ते। जो मूँह बोलोगे तुहानूं ही माया, उन्नी माया दित्ती जानी है। कहते नहीं महाराज जी इंज करो, तुसीं सानूं एक दिन का चढ़ावा दे दिओ, एक दिन का चढ़ावा दे दिओ, बस साडा सर जाएगा।
महाराज जी कहते वो भाई चढ़ावे का की आ, कदे संगतां वध आ जांदियां ने, कदे घट आ जांदियां ने। तुसीं उंज दस दो भी कितनी माया चाहिए है, जिन्नी कहोगे उन्नी दे देंगे, जे घट गई फिर दे देंगे, कोई गल नहीं। तुसीं गुरु के कीर्तनी हो, गुरु की कीर्तन करते हो, कथा करते हो, जिन्ना तुहानूं चाहिए माया दस दो, कोई गल नहीं, जे घट गई फिर दे देंगे। कहते नहीं जी, एक दिन का चढ़ाव ही दे दो बस। जदों ना मन्ने महाराज जी कहते भाई तुहाडी मर्जी आ। हुण गुरमुख प्यारे एक दिन का चढ़ावा कर लिया, उदे घंटा पहले लागे कीर्तन करना, एक घंटा पहले कीर्तन कर लागे पहली, ते अद्धा घंटा बाद दे विच वध ला दिता भी माया आऊगी। पर अगे कीर्तन करते सी गुरु दे प्रेम दे विच, अगे सुरती दी जिहड़ी ओह कीर्तन दे विच जुड़ी हुंदी सी, वो सुरती शब्द नाल जुड़ी हुई सी। अज सुरती माया दे नाल जुड़ी हुई है। आखो सतनाम। ना तो रसे बन रहा, जिन्ना चिर साडी सुरती गुरु दे शब्द दे नाल, गुरु दे नाल नहीं जुड़दी, उन्ना चिर ना तो सुनाण वाले नूं आनंद आना भाई, ते ना ही सुनन वाले नूं आना। जिहड़ी साडी आत्मा है, इनू अंतर ध्यान करना पैना, बाहरले पासों रोकना पैना। अपनी आत्मा नू परमात्मा दे नाल जोड़न दा यतन करांगे, फिर गुरमुख प्यारे आनंद भी आएगा सुनने दा, अते फिर फल भी प्राप्त होएगा, फिर तेरा दुखों का नाश भी हो जाएगा, ते मन दी भावना भी पूरियां हो जानियां ने। जे सुरती साडी खिंडी रही, शरीर गुरु दे चरणों दे विच बैठा, आत्मा साडी बाहर भजी फिर रही आ, फिर भी गुरमुख प्यारिओ हाजिर गैर हाजिर होवांगे। हुण पहली कीर्तन कर लागे, घंटा पहला लागे, अद्धा घंटा बाद चला दिता, ते जिहड़ी सुरती आ वो माया दे विच पई आ दोनां दी, भी किन्नी कारी आ किन्नी चारी आ। उस दिन सच करके दस्सिओ, इतिहास दसदा है कि संगते बहुत थोड़ी आई। आखो सतनाम। उस दिन संगत बड़ी थोड़ी आई, चढ़ावा जिन्ना चढ़ना चाहिए सी वो चढ़ी नहीं है उन्ना, संगत बड़ी थोड़ी आई। सत्ता ते बलवंड ने भोग पाया, भोग तो उपरंत गुरु अर्जन देव महाराज जी दे नाल आकड़न लागे। लै दसो, गुरु दे नाल भी आए सिख आकड़दा, ये आकड़न लागे, कहंदे महाराज तुसीं साडे नाल चंगा नहीं कीता। महाराज जी कहंदे भाई की हो गया? कहंदे अगे तो जी किन्ना किन्ना चढ़ावा चढ़ जांदा, अज थोड़ा जी चढ़िया। महाराज जी कहते हुण असीं की कर सकते इहदे विच, ये तो संगतां ने कदे वध आ गई कदे घट आ गई, किसी ने वध चढ़ा दिता किसी ने घट चढ़ा दिता। कहते जी तुसीं सिखां नूं कह के संगतां नूं रोकिया। महाराज जी कहते वो भाई ऐसी कोई गल नहीं है। इत्थों आकड़ के गुरमुख प्यारे सत्ता ते बलवंडा दोने अपने घर चले गए। कहते असीं नहीं कीर्तन करना हैगा। गुरु जी दे नाल आकड़ के चले गए, कहते असीं नहीं कीर्तन करना, आकड़ के घरे चले गए। तो गुरमुख प्यारे दूसरे दिन कीर्तन करना सी। महाराज जी ने सिंघां नूं भेजे, कहते सिंघो जाओ सत्ता ते बलवंड नूं लैके आओ, कीर्तन करना। सत्ते ते बलवंडे दे कोल सिंह गए, कहते तुहानू गुरु जी ने बुलाया ते कीर्तन करना है, आओ करा। कहते असीं नहीं आंदे, साडे नाल गुरु ने कल धोखा कीता, असीं नहीं आउंदे, मोड़ दिते। फिर गुरमुख प्यारिओ बाबा बुढ़ा जी, धन बाबा बुढ़ा जी जिन्हां दी बड़ी कमाई आ, बाबा बुढ़ा जी दे बचनां दे नाल छेवें पातशाह मीरी पीरी दे मालक का जन्म होया सी। बाबा बुढ़ा जी दे
सब तो पहले गुरु घर दे ग्रंथी होए ने जे दुनिया च, जे गुरु घर दे ग्रंथी होए ने तो सब तो पहला बाबा बुढ़ा जी होए ने। आखो सतनाम। छेवें पातशाह मीरी पीरी दे जिहड़ा जन्म होया, अवतार होया, वो बाबा बुढ़ा जी के वचन नाल होया। माता ऐसा पुत्र जम्मूगा जो मुगलों के सिर भन्नूगा। आखो सतनाम। आ वचन किया सी बाबा बुढ़ा जी ने। फिर देख लो मीरी पीरी के मालक ने गुरु हरगोबिंद साहब महाराज जी ने मुगलों को सीधे किया। रोग विचार इधर इतिहास को ना लैके जे समा इजाजत नहीं दिंदा। सत्ता ते बलवंड कहन लगे, कहने जाओ असीं नहीं कीर्तन करना, मोड़ दिते सिख। फिर बाबा बुढ़ा जी भाई गुरदास जी गए, बाबा बुढ़ा जी ते भाई गुरदास जी गए ते होर नाल सिंह। वो कहते चलो भाई गुरु के कीर्तनियों, चलो गुरु तुहानू आवाज़ां मारदा कीर्तन करना। कहते असीं नहीं जांदे, तुहाडे गुरु ने साडे नाल धोखा कीता। लै हुण तुहाडा भी लागे कहना। पहला गुरु के चरणों के नाल चिमड़दे हुंदे सी, शीस रखते सी, बेनतियां करते सी। अज कहते तुहाडा गुरु अज बगाना कर दिता गुरु नूं सत्ते ते बलवंड ने। तां गुरमुख प्यारिओ, बाबा बुढ़ा जी ने बड़िया मिन्नतां कीतियां। भाई गुरदास जी ने आख्या, कहते चलो गुरु नाल नाराज नहीं हो जांदा, गुरु दी खुशियां ले जाए। कहते असीं नहीं जाना, तुसीं खुशियां ले लो गुरु दियां। तां गुरमुख प्यारिओ नहीं गए। महाराज जी नूं कहते महाराज जी वो नहीं आए। महाराज जी कहते आए नहीं। कहते चलो भाई फिर हुण मैं जाना, कहते मैं लैके आउणा। गुरु अर्जन देव महाराज जी, बाबा बुढ़ा जी ते भाई गुरदास जी होर सिंह गुरु अर्जन देव महाराज जी दे नाल गए। गुरु अर्जन देव महाराज जी कहते भाई गुरु के कीर्तनियों आओ कीर्तन करो। कह लगे जी असीं नहीं आना, तुसीं साडे नाल धोखा कीता। महाराज जी कहते असीं नहीं कोई धोखा कीता, तुहानू जिन्नी माया की लोड़ आ तुसीं दसो कितनी चाहिए माया। ब्याह करना तुसीं लड़की दा, कोई गल नहीं, तुहाडी भैन होई कि साडी होई, जिन्नी माया तुहानू चाहिए आ उन्नी माया दस दो, उन्नी लै जाओ, कोई गल नहीं। जे घट गई फिर लै लिओ। कहते नहीं जी तुसीं साडे नाल धोखा कीता। इत्थों तक हरकत दे उतरे आए। कहते तुहाडी चढ़ाई साडे करके आ, तुहाडी चढ़ाई साडे करके। जे असीं कीर्तन करदे आ तां लोकी आउंदे ने, तां तुहानू मत्था टेकदे आ। एडा हंकार मन दे विच कर बैठे। कहते गुरु नानक नूं किन्ने पुछना सी जे साडा मरदाना ना हुंदा, साडा मरदाना ना हुंदा गुरु नानक नूं किन्ने पुछना सी। जदों ऐसे शब्द कौड़े बोलन लगे, महाराज जी कहन लगे सत्ता ते बलवंड मैनू तुसीं जो मर्जी कह लैंदे, कोई गल नहीं। तुसीं साडे वड्डिआं नूं ये शब्द बोले ने, जाओ कोड़ियो, जाओ कोड़ियो, तुहाडे कोड़ पवे। ये बचन करके गुरु अर्जन देव महाराज जी आ गए। समा लंघिया, बहुता समा नहीं सी लंघिया, थोड़े दिनों दे विच ही सारे शरीर दे उत्ते कोड़ चल गया। जिहड़ा माड़ा मोटा किसी दे दर दे उत्ते जाके जिवें पहलां किसी किसी दे घरां 'च जाके मंगदे सी, इस तरह मंग के हुण गुजारा करदे ने। हुण शरीर दे उत्ते कोड़ चल गया ते बहुत बुरा हाल हो गया। नाले रोंदे ने ते नाले पछताउंदे ने। आखो सतनाम। गुरु दा की घट गया भाई। जदों ना आए तां गुरमुख प्यारिओ महाराज जी कहन लगे, ਸਿੰਘੋ आ चक्को भाई साज, आ बजाओ ढोलकियां सैने। ਸਿੰਘ कहन लगे महाराज जी कहते सानू तां
ਬਾਜਾ ਵੀ ਨਹੀਂ ਫੜਨਾ ਆਉਂਦਾ, ਨਾ ਸਾਨੂੰ ਕੋਈ ਚਿਮਟਾ ਫੜਨਾ ਆਉਂਦਾ, ਨਾ ਕੋਈ ਜੋੜੀ, ਨਾ ਢੋਲਕੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਤੁਸੀਂ ਚੱਕੋ ਤਾਂ ਸੀ, ਇਹ ਤਾਂ ਆਪਣੇ ਆਪ ਹੀ ਹੌਲੀ ਹੌਲੀ ਵੱਜਣ ਲੱਗ ਜਾਣਗੇ। ਆਖੋ ਸਤਨਾਮ। ਹੁਣ ਸਿੰਘ ਬਹਿ ਗਏ ਲੈ ਕੇ ਬਾਜੇ ਢੋਲਕੀਆਂ, ਲੱਗੇ ਸੁਰਾਂ ਜਿਹੀਆਂ ਦੱਬਣ, ਵਿੰਗੀਆਂ ਪਾਉਣੀ, ਜਾਂ ਕੋਈ ਹੱਥ ਉੱਧਰ ਨੂੰ ਮਾਰਦਾ। ਹੌਲੀ ਹੌਲੀ ਐਸਾ ਰਸ ਬਣ ਗਿਆ ਕਿ ਸਾਰੀ ਸੰਗਤ ਬੜੀ ਖੁਸ਼ ਹੋ ਗਈ। ਆਖੋ ਸਤਨਾਮ। ਗੁਰੂ ਦੀ ਕਿਰਪਾ ਹੋਵੇ ਨਾ ਭਾਈ, ਫਿਰ ਹੀ ਰਸ ਬਣਦਾ ਹੈ। ਗੁਰੂ ਦੀ ਰਹਿਮਤ ਹੋਵੇ ਫਿਰ ਹੀ ਆਨੰਦ ਬਣਦਾ ਹੈ। ਨਹੀਂ ਤਾਂ ਜਿੰਨੀਆਂ ਮਰਜ਼ੀ ਸੁਰਾਂ ਲਾਈ ਚਲੋ ਵਧੀਆ ਵਧੀਆ, ਜੇ ਗੁਰੂ ਦੀ ਕਿਰਪਾ ਨਹੀਂ ਨਾ ਤਾਂ ਆਨੰਦ ਨਹੀਂ ਆਉਂਦਾ, ਪ੍ਰੇਮ ਨਹੀਂ ਹੈ। ਮਹਾਰਾਜ ਜੀ ਕਹਿੰਦੇ, ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਭੀਜੈ ਹਰ ਹਰ ਰਾਮ ਰਾਜੇ। ਜੇ ਅੰਦਰ ਪ੍ਰੇਮ ਨਹੀਂ ਨਾ ਹੈ, ਸਰਦਾ ਨਹੀਂ ਨਾ ਹੈ, ਭਾਵਨਾ ਨਹੀਂ ਨਾ ਹੈ, ਫਿਰ ਗੁਰਮੁਖ ਪਿਆਰਿਓ ਪਰਮੇਸ਼ਰ ਭੇਜਦਾ ਨਹੀਂ ਹੈ, ਭਾਵ ਕਿ ਪਰਮੇਸ਼ਰ ਖੁਸ਼ ਨਹੀਂ ਹੁੰਦਾ ਹੈ। ਅੱਜ ਸਿੰਘਾਂ ਨੇ ਸਰਦਾ ਦੇ ਨਾਲ, ਅੰਦਰੋਂ ਭਾਵਨਾ ਨਾਲ ਕੀਰਤਨ ਕੀਤਾ ਤੇ ਗੁਰਮੁਖ ਪਿਆਰਿਓ ਬੜਾ ਆਨੰਦ ਬਣਿਆ। ਉਸ ਦਿਨ ਤੋਂ ਫਿਰ ਸਿੰਘ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਦਿਨ ਤੋਂ ਲੱਗੇ ਸੀ। ਪਹਿਲਾਂ ਮਰਦਾਨੇ ਦੇ ਕੁੱਲ ਦੇ ਵਿੱਚੋਂ ਕੀਰਤਨ ਕਰਦੇ ਆਉਂਦੇ, ਜਿਵੇਂ ਮਰਦਾਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ। ਫਿਰ ਉਸ ਤੋਂ ਬਾਅਦ 'ਚ ਸੱਤਾ ਤੇ ਬਲਵੰਡ ਆ ਗਏ। ਤਾਂ ਗੁਰਮੁਖ ਪਿਆਰਿਓ ਹੁਣ ਇਧਰੋਂ ਇਹਨਾਂ ਦੇ ਕੋੜ ਪੈ ਗਿਆ, ਸਰੀਰ ਦੇ ਕੋੜ ਚੱਲ ਗਿਆ ਸਾਰਿਆਂ। ਹੁਣ ਕੋਈ ਨਹੀਂ ਲਵੇ ਆਉਂਦਾ। ਆਖੋ ਸਤਨਾਮ। ਸਾਰੇ ਦੂਰ ਦੂਰ ਰਹਿੰਦੇ ਨੇ। ਹੁਣ ਚੀਕਾਂ ਮਾਰਦੇ ਨਾਲੇ ਰੋਂਦੇ ਨੇ ਤੇ ਰੋ ਰੋ ਧਾਹਾਂ ਮਾਰਦੇ ਨੇ। ਹੁਣ ਕਹਿੰਦੇ ਨੇ ਕੋਈ ਸਾਨੂੰ ਬਖਸ਼ਾ ਦਿਓ, ਸਾਡੇ ਤੇ ਕਿਰਪਾ ਕਰਾ ਦਿਓ। ਭਾਈ ਲੱਦਾ ਪਰਪਕਾਰੀ ਗੁਰਸਿੱਖ ਸੀ। ਭਾਈ ਲੱਦਾ ਇਹ ਪਰਪਕਾਰੀ ਗੁਰਸਿੱਖ ਸੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਰਧਾਲੂ ਸਿੱਖ, ਗੁਰੂ ਅਰਜਨ ਦੇਵ ਮਹਾਰਾਜ ਨੂੰ ਪਿਆਰ ਕਰਨ ਵਾਲਾ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਇਹਨੂੰ ਬਹੁਤ ਸਤਿਕਾਰ ਤੇ ਪਿਆਰ ਦਿੰਦੇ ਸੀ, ਭਾਈ ਲੱਦੇ ਨੂੰ। ਇਧਰੋਂ ਇਹ ਵੀ ਬਚਨ ਕਰਿਆ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਜਿਹੜਾ ਇਹਨਾਂ ਨੂੰ ਸਾਡੇ ਕੋਲ ਲੈ ਕੇ ਆਏਗਾ ਨਾ, ਉਹਨਾਂ ਦਾ ਕਾਲਾ ਮੂੰਹ ਕੀਤਾ ਜਾਏਗਾ ਤੇ 70 ਦਾ ਹਾਰ ਗਲ 'ਚ ਪਾਇਆ ਜਾਏਗਾ, ਜਿਹੜਾ ਇਹਨਾਂ ਨੂੰ ਲੈ ਕੇ ਆਏਗਾ ਸਾਡੇ ਕੋਲ। ਇਹ ਵੀ ਬਚਨ ਕਰਿਆ ਸੀ। ਹੁਣ ਭਾਈ ਲੱਦੇ ਦੇ ਕੋਲ ਇਹ ਸੱਤਾ ਤੇ ਬਲਵੰਡ ਗਏ। ਇਹਨਾਂ ਨੂੰ ਪਤਾ ਵੀ ਇਹੀ ਭੁੱਲਾਂ ਬਖਸ਼ਾ ਸਕਦਾ, ਸਾਡੀਆਂ ਨਹੀਂ ਕੋਈ ਬਖਸ਼ ਸਕਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਗੱਲ ਮੰਨਦੇ ਆ। ਸੱਤਾ ਤੇ ਬਲਵੰਡ ਦੋਵੇਂ ਜਣੇ ਗੁਰਮੁਖ ਪਿਆਰਿਓ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਾਹਿਗੁਰੂ ਭਾਈ ਲੱਦੇ ਦੇ ਕੋਲ ਗਏ। ਭਾਈ ਲੱਦਿਆ, ਸਾਨੂੰ ਬਖਸ਼ਾਲਾ, ਸਾਤੋਂ ਬਹੁਤ ਵੱਡੀ ਭੁੱਲ ਹੋ ਗਈ ਆ ਤੇ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੋਲ ਕਬੋਲ ਬੋਲ ਬੈਠੇ ਆ ਤੇ ਗੁਰੂ ਜੀ ਦੇ ਵਚਨ ਹੋਇਆ, ਕੋੜੀਓ ਕੋੜ ਪਵੇਗਾ। ਅਸੀਂ ਹੁਣ ਕੋੜੀ ਬਣ ਗਏ ਤੇ ਸਾਡੇ ਤੇ ਕਿਰਪਾ ਕਰਾ ਦੇ, ਤੂੰ ਹੀ ਕਿਰਪਾ ਕਰਾ ਸਕਦਾ। ਜਿਹੜਾ ਗੁਰਸਿੱਖ ਹੁੰਦਾ, ਗੁਰਮੁਖ ਪਿਆਰਿਓ, ਸਾਧੂ ਮਹਾਂਪੁਰਸ਼ ਹੁੰਦਾ, ਉਹ ਪਰਪਕਾਰੀ ਹੁੰਦਾ, ਉਹ ਸਾਰਿਆਂ ਦਾ ਭਲਾ ਚਾਹੁੰਦਾ ਹੈ। ਉਹ ਸਾਰਿਆਂ ਦਾ ਭਲਾ ਚਾਹੁੰਦੇ ਨੇ ਵੀ ਕਿਵੇਂ ਨਾ ਕਿਵੇਂ ਕਿਸੇ ਦਾ ਕਿਹੜੀ ਰੂਹ ਟੁੱਟੀ ਹੋਈ ਆ ਗੁਰੂ ਨਾਲ ਜੁੜ ਜਾਏ, ਕਿਸੇ ਦਾ ਕਿਵੇਂ ਨਾ ਕਿਵੇਂ ਭਲਾ ਹੋ ਜਾਏ। ਉਹ ਭਲਾ ਹੀ ਚਾਹੁੰਦੇ ਆ ਸਦਾ ਹੀ। ਤਾਂ ਹੁਣ ਗੁਰਮੁਖ ਪਿਆਰਿਓ ਜਦੋਂ ਬਲਵੰਡ ਸੱਤਾ ਤੇ ਬਲਵੰਡ ਭਾਈ ਲੱਦੇ ਦੇ ਕੋਲ ਆਏ, ਕਹਿੰਦੇ ਸਾਨੂੰ ਬਖਸ਼ਾ ਦੇ, ਸਾਡੀਆਂ ਭੁੱਲਾਂ ਬਖਸ਼ਾ ਦੇ, ਸਾਤੋਂ ਬਹੁਤ ਵੱਡਾ ਪਾਪ ਹੋ ਗਿਆ ਸੀ, ਗੁਰੂ ਜੀ ਨੂੰ ਬੋਲ ਬੈਠੇ ਆ ਤੇ ਹੁਣ ਸਾਡਾ ਆ ਬੁਰਾ ਹਾਲ ਹੋਇਆ। ਸੱਤਾ ਤੇ ਬਲਵੰਡ ਕਹਿੰਦੇ ਸਾਨੂੰ ਬਖਸ਼ਾ ਦੇ। ਫਿਰ ਗੁਰਮੁਖ ਪਿਆਰਿਓ ਭਾਈ ਲੱਦੇ ਨੂੰ ਵੀ ਇਹ ਗੱਲ ਦਾ ਪਤਾ ਸੀ, ਜਿਹੜਾ ਵੀ ਇਹਨਾਂ ਨੂੰ ਮੇਰੇ ਕੋਲ ਲੈ ਕੇ ਆਏਗਾ ਉਹਨਾਂ ਦਾ ਕਾਲਾ ਮੂੰਹ ਕਰਿਆ ਜਾਏਗਾ ਤੇ ਗਧੇ ਉੱਤੇ ਚੜਾਇਆ ਜਾਏਗਾ। ਭਾਈ ਲੱਦੇ ਨੇ ਕੀ ਕੀਤਾ, ਆਪਣਾ ਕਾਲਾ ਮੂੰਹ ਕਰਕੇ ਨਾ
17 ਦਾ ਹਾਰ ਗਲ ਦੇ ਵਿੱਚ ਪਾ ਕੇ ਗਧੇ ਉੱਤੇ ਚੜੇ, ਨਾਲ ਢੋਲ ਵੱਜ ਰਿਹਾ ਤੇ ਸੱਤੇ ਤੇ ਬਲਵੰਡ ਨੂੰ ਲੈ ਕੇ ਨਾਲ ਹੋਰ ਵਿੱਚ ਬੰਦੇ ਨਾਲ ਹੋਰ ਨੇ। ਜਦੋਂ ਢੋਲ ਵੱਜਦਾ ਜਾ ਰਿਹਾ, ਜਦੋਂ ਅੰਮ੍ਰਿਤਸਰ ਪਹੁੰਚੇ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਾਈ ਆ ਖੜਕਾ ਜਾ ਕਾਹਦਾ ਹੋ ਰਿਹਾ? ਕਦੇ ਪਤਾ ਨਹੀਂ ਮਹਾਰਾਜ ਜੀ ਦੇਖਦੇ ਆ। ਜਦੋਂ ਦੇਖਿਆ ਕਹਿੰਦੇ ਮਹਾਰਾਜ ਜੀ ਤਾਂ ਭਾਈ ਲੱਦਾ ਜੀ ਆ ਰਹੇ ਨੇ। ਮਹਾਰਾਜ ਜੀ ਕਹਿੰਦੇ ਲੱਦਾ ਜੀ ਆ ਰਹੇ ਨੇ? ਕਹਿੰਦੇ ਹਾਂਜੀ। ਕਹਿੰਦੇ ਗਲ ਦੇ ਵਿੱਚ 17 ਦਾ ਹਾਰ ਪਾਇਆ ਹੋਇਆ ਤੇ ਗਧੇ ਉੱਤੇ ਚੜਾਏ ਹੋਏ ਨੇ ਜੀ, ਪਤਾ ਨਹੀਂ ਕੀ ਕਾਰਨ ਆ, ਸਮਝ ਨਹੀਂ। ਮਹਾਰਾਜ ਜੀ ਕਹਿੰਦੇ ਕੋਈ ਨਹੀਂ, ਆਣ ਦਿਓ। ਜਦੋਂ ਗੁਰਮੁਖ ਪਿਆਰੇ ਭਾਈ ਲੱਦਾ ਸੱਤੇ ਤੇ ਬਲਵੰਡ ਨੂੰ ਲੈ ਕੇ ਆਏ ਨਾ, ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੂਸਰੇ ਪਾਸੇ ਨੂੰ ਮੂੰਹ ਘੁਮਾ ਲਿਆ। ਆਖੋ ਸਤਨਾਮ। ਸੱਤਾ ਤੇ ਬਲਵੰਡ ਨੂੰ ਦੇਖ ਕੇ ਨਾ ਦੂਸਰੇ ਪਾਸੇ ਨੂੰ ਮੂੰਹ ਘੁਮਾ ਲਿਆ। ਜਦੋਂ ਦੂਸਰੇ ਪਾਸੇ ਨੂੰ ਮੂੰਹ ਘੁਮਾਇਆ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਭਾਈ ਲੱਦੇ ਨੇ ਬੇਨਤੀ ਕੀਤੀ, ਮਹਾਰਾਜ ਤੇਰੇ ਨੇ, ਇਹਨਾਂ ਨੂੰ ਬਖਸ਼ ਦਿਓ। ਇਹ ਤੇਰੇ ਨੇ, ਇਹਨਾਂ ਤੋਂ ਭੁੱਲ ਹੋ ਗਈ ਆ। ਸਿੱਖ ਭੁੱਲਣ ਹਾਰ ਹੁੰਦਾ ਹੈ ਤੇ ਗੁਰੂ ਬਖਸ਼ਣ ਹਾਰ ਹੁੰਦਾ, ਤੇ ਤੁਸੀਂ ਤਾਂ ਗੁਰੂ ਹੋ ਤੇ ਇਹਨਾਂ ਨੂੰ ਬਖਸ਼ ਦਿਓ। ਇਹ ਗਰੀਬ ਨੇ ਵਿਚਾਰੇ, ਇਹਨਾਂ ਦੀ ਤਰਸ ਯੋਗ ਹਾਲਤ ਮੇਰੇ ਤੋਂ ਵੇਖੀ ਨਹੀਂ ਗਈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਲੱਦੇ ਨੂੰ ਗਲਵਕੜੀ ਦੇ ਵਿੱਚ ਲੈ ਲਿਆ। ਆਖੋ ਸਤਨਾਮ। ਪਿਆਰ ਦੇ ਵਿੱਚ ਆ ਕੇ ਗਲਵਕੜੀ ਵਿੱਚ ਲਿਆ ਭਾਈ ਲੱਦੇ ਨੂੰ। ਕਹਿੰਦੇ ਭਾਈ ਲੱਦਿਆ, ਆ ਕਾਲਾ ਮੂੰਹ ਕਰਨ ਦੀ ਕੀ ਲੋੜ ਸੀ? ਆ ਗਲ 'ਚ 17 ਦਾ ਹਾਰ ਪਾਉਣ ਦੀ ਕੀ ਲੋੜ ਸੀ? ਜੇ ਤੂੰ ਮੈਨੂੰ ਉਂਝੇ ਕਹਿ ਦਿੰਦਾ ਆ ਕੇ ਤਾਂ ਤੇਰੇ ਕਹਿਣ ਤੇ ਉਂਝ ਬਖਸ਼ ਦੇਣੇ ਸੀ, ਪਰ ਇਹ ਬਖਸ਼ਣ ਦੇ ਯੋਗ ਨਹੀਂ। ਇਹਨਾਂ ਨੇ ਗੱਲਾਂ ਬਹੁਤ ਵੱਡੀਆਂ ਕਹੀਆਂ ਨੇ। ਕਹਿੰਦਾ ਮਹਾਰਾਜ ਜੀ ਸਿੱਖ ਭੁੱਲਣ ਹਾਰ ਹੁੰਦਾ, ਭੁੱਲਾਂ ਹੋ ਜਾਂਦੀਆਂ ਨੇ, ਗਲਤੀਆਂ ਹੋ ਜਾਂਦੀਆਂ ਨੇ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਆਪ ਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਾਤੇ ਹੀ। ਮਹਾਰਾਜ ਜੀ ਮਾਫ ਕਰ ਦਿਓ, ਕਿਰਪਾ ਕਰ ਦਿਓ। ਫਿਰ ਗੁਰਮੁਖ ਪਿਆਰੇ ਸੱਤੇ ਤੇ ਬਲਵੰਡ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਆ। ਆਖੋ ਸਤਨਾਮ। ਕਹਿੰਦੇ ਅੱਜ ਤੋਂ ਬਾਅਦ ਨਾ ਐਸੀ ਗਲਤੀ ਕਰਿਓ, ਐਸੇ ਬੋਲ ਕਬੋਲ ਅੱਜ ਤੋਂ ਬਾਅਦ ਨਾ ਬੋਲਿਓ। ਤਾਂ ਗੁਰਮੁਖ ਪਿਆਰਿਓ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰ ਲਓ। ਸੱਤੇ ਤੇ ਬਲਵੰਡ ਨੇ ਦੋਨਾਂ ਨੇ ਜਦੋਂ ਇਸ਼ਨਾਨ ਕਰਿਆ, ਜਿੰਨਾ ਵੀ ਸਰੀਰ ਦੇ ਉੱਤੇ ਕੋੜ ਸੀ ਸਾਰਾ ਝੜ ਗਿਆ। ਆਖੋ ਸਤਨਾਮ। ਅੰਮ੍ਰਿਤਮਈ ਸਰੋਵਰ ਆ। ਅੰਮ੍ਰਿਤ ਕਿਵੇਂ ਤਿਆਰ ਹੁੰਦਾ? ਪੰਜ ਬਾਣੀ ਦਾ ਨਿਤਨੇਮ ਕਰਦੇ ਆ। ਜਪਜੀ ਸਾਹਿਬ, ਜਾਪ ਸਾਹਿਬ, ਤਪ ਪ੍ਰਸਾਦ ਸਵਈਏ, ਚੌਪੀ ਸਾਹਿਬ, ਸ੍ਰੀ ਅਨੰਦ ਸਾਹਿਬ। ਇਹ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਹੋ ਜਾਂਦਾ। ਕੱਲਾ ਪਾਣੀ ਦੇ ਵਿੱਚ ਪਤਾਸੇ ਪਾਉਣ ਦੇ ਨਾਲ ਅੰਮ੍ਰਿਤ ਤਿਆਰ ਨਹੀਂ ਹੁੰਦਾ ਭਾਈ। ਅੰਮ੍ਰਿਤ ਪਤਾਸੇ ਪਾਏ ਪਾਣੀ ਦੇ ਵਿੱਚ ਅੰਮ੍ਰਿਤ ਨਹੀਂ ਬਣਦਾ। ਅੰਮ੍ਰਿਤ ਕਦੋਂ ਬਣਦਾ? ਤੇ ਜਦੋਂ ਗੁਰਮੁਖ ਪਿਆਰਿਓ ਪੰਜ ਬਾਣੀਆਂ ਦਾ ਨਿਤਨੇਮ ਹੁੰਦਾ, ਪੰਜ ਬਾਣੀਆਂ ਪੜ੍ਹੀਆਂ ਜਾਂਦੀਆਂ ਨੇ, ਅਰਦਾਸ ਕੀਤੀ ਜਾਂਦੀ ਆ, ਫਿਰ ਉਹ ਪਾਣੀ ਵੀ ਉਹ ਜਲ ਬਣ ਜਾਂਦਾ। ਵਾਹਿਗੁਰੂ ਉਹ ਅੰਮ੍ਰਿਤ ਬਣ ਜਾਂਦਾ। ਆਖੋ ਸਤਨਾਮ। ਹੁਣ ਅੰਮ੍ਰਿਤਸਰ ਦਰਬਾਰ ਸਾਹਿਬ ਸਰੋਵਰ ਦੇ ਵਿੱਚ ਬਣਿਆ, ਆਲੇ ਦੁਆਲੇ ਸਾਰੇ ਜਾਲਾ, ਆਲੇ ਦੁਆਲੇ ਸਾਰੇ ਜਾਲਾ। 24 ਘੰਟੇ ਬਾਣੀ ਦਾ ਨਿਤਨੇਮ, ਕੀਰਤਨ ਬਾਣੀ ਦਾ ਉਚਾਰਨ ਹੁੰਦਾ ਰਹਿੰਦਾ ਹੈ 24 ਘੰਟੇ, 12 ਮਹੀਨੇ 30 ਦਿਨ ਲਗਾਤਾਰ। ਫਿਰ ਉਹ ਅੰਮ੍ਰਿਤ ਕਿਉਂ ਨਹੀਂ ਹੈ? ਆਖੋ ਸਤਨਾਮ। ਉਹ ਅੰਮ੍ਰਿਤ ਹੈ ਜਿਹੜਾ ਜਲ ਅੰਮ੍ਰਿਤਸਰ ਸਰੋਵਰ ਦਾ। ਲੱਖਾਂ ਹੀ ਲੋਕਾਂ ਦੇ ਕਸ਼ਟ ਦੂਰ ਹੁੰਦੇ ਨੇ, ਬੜੇ ਦੁੱਖ ਦੂਰ ਹੁੰਦੇ ਨੇ। ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ, ਰਹਿਮਤ ਕਰ ਦਿੰਦੇ ਨੇ ਭਾਈ। ਸਤਿਗੁਰੂ ਮਹਾਰਾਜ ਜੀ ਸਮਰੱਥ ਨੇ।
ਜਦੋਂ ਜਲ ਦੇ ਵਿੱਚ ਸਰੋਵਰ 'ਚ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਗੁਰਮੁਖ ਪਿਆਰਿਓ ਸਾਰਾ ਕੋੜ ਝੜਿਆ। ਫਿਰ ਇਹਨਾਂ ਨੇ ਇੱਕ ਵਾਰ ਗਾਈ, ਸੱਤੇ ਤੇ ਬਲਵੰਡ ਨੇ ਇੱਕ ਵਾਰ ਗਾਈ, ਤੇ ਉਹ ਵਾਰ ਗੁਰੂ ਜੀ ਨੇ ਖੁਸ਼ ਹੋ ਕੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਲਿਖਾਈ। ਆਖੋ ਸਤਨਾਮ। ਇਸੇ ਕਰਕੇ ਸੱਤੇ ਤੇ ਬਲਵੰਡ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ। ਤਾਂ ਹੁਣ ਦਸਾਂ ਪਾਤਸ਼ਾਹ ਜਗ ਦੀ ਜੋਤ ਕਿਉਂ ਆਖਿਆ ਜਾਂਦਾ? ਤੁਸੀਂ ਕਹੋਗੇ ਜੀ ਬਾਣੀ 6 ਗੁਰੂਆਂ ਦੀ ਆ, ਫਿਰ ਦਸੋਂ ਪਾਤਸ਼ਾਹਾਂ ਦੀ ਜਗ ਦੀ ਜੋਤ ਕਿਵੇਂ ਹੋ ਗਈ ਆ? ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਨੇ ਅਖੰਡ ਪਾਠ ਸਾਹਿਬ ਕਰਾਉਣਾ ਸੀ, ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਭ ਤੋਂ ਪਹਿਲਾ ਸਰੂਪ ਤਿਆਰ ਕਰਵਾਇਆ ਸੀ ਭਾਈ ਗੁਰਦਾਸ ਜੀ ਤੋਂ, ਜੋ ਹਰਿਮੰਦਰ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਸਰੂਪ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਸਿੰਘ ਬਣਾਇਆ ਗਿਆ ਸੀ। ਤਾਂ ਗੁਰਮੁਖ ਪਿਆਰਿਓ ਉਹ ਜਿਹੜਾ ਸਰੂਪ ਸੀ ਉਹ ਧੀਰ ਮੱਲੀਆਂ ਦੇ ਹੱਥ ਲੱਗ ਗਿਆ ਸੀ। ਜਦੋਂ ਧੀਰ ਮੱਲੀਆਂ ਦੇ ਹੱਥ ਲੱਗਿਆ, ਉਹਨਾਂ ਨੂੰ ਐ ਸੀ ਵੀ ਜੇ ਸਰੂਪ ਗੁਰੂ ਦਾ ਸਰੂਪ ਰਹੇਗਾ ਤੇ ਅਸੀਂ ਗੁਰੂ ਬਣ ਜਾਵਾਂਗੇ। ਉਦੋਂ ਗੁਰੂ ਦੀ ਪਦਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਹੀਂ ਸੀ। ਉਦੋਂ ਕਹਿੰਦੇ ਸੀ ਆਦਿ ਗ੍ਰੰਥ। ਅੱਜ ਵੀ ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਫਰੰਟ ਪੇਜ ਤੇ ਦੇਖੋਗੇ ਤਾਂ ਅੱਜ ਵੀ ਆਦਿ ਗ੍ਰੰਥ ਲਿਖਿਆ ਹੁੰਦਾ। ਗੁਰੂ ਦੀ ਪਦਵੀ ਕਦੋਂ ਤੇ ਕਿਹਨੇ ਦਿੱਤੀ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਦੀ ਪਦਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦਿੱਤੀ ਆ। ਤਾਂ ਜਿਹੜਾ ਉਹ ਆਦਿ ਗ੍ਰੰਥ ਸੀ ਉਹ ਧੀਰ ਮੱਲੀਆਂ ਦੇ ਹੱਥ ਲੱਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਾਓ ਸਿੰਘੋ, ਆਪਾਂ ਅਖੰਡ ਪਾਠ ਕਰਾਉਣਾ, ਮਹਾਰਾਜ ਸਰੂਪ ਲੈ ਕੇ ਆਓ। 25 ਸਿੰਘ ਗਏ, 25 ਸਿੰਘ ਗਏ ਤੇ ਮਹਾਰਾਜ ਸਰੂਪ ਲੈਣ ਵਾਸਤੇ, ਤੇ ਧੀਰ ਮੱਲੀਆਂ ਨੇ ਜਵਾਬ ਦੇ ਦਿੱਤਾ। ਮੁੜ ਕੇ ਆ ਗਏ, ਮਹਾਰਾਜ ਜੀ ਦਿੱਤਾ ਨਹੀਂ। ਮਹਾਰਾਜ ਜੀ ਕਹਿੰਦੇ ਇੱਕ ਵਾਰੀ ਹੋਰ ਜਾਓ ਭਾਈ। ਦੁਬਾਰਾ ਫੇਰ ਗਏ ਤਾਂ ਗੁਰਮੁਖ ਪਿਆਰੇ ਦਿੱਤਾ ਨਹੀਂ, ਫੇਰ ਵੀ ਮੋੜ ਦਿੱਤਾ। ਤੀਜੀ ਵਾਰ ਫੇਰ ਜਾਓ, ਮਹਾਰਾਜ ਜੀ ਕਹਿੰਦੇ ਜਦ ਤੀਜੀ ਵਾਰ ਗਏ ਤੇ ਫੇਰ ਗੁਰਮੁਖ ਪਿਆਰੇ ਧੀਰ ਮੱਲੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੱਧ ਘੱਟ ਸ਼ਬਦ ਬੋਲੇ, ਉੱਚਾ ਨੀਵਾਂ ਬੋਲ ਬੋਲੇ। ਕਹਿੰਦੇ ਜੇ ਤੁਹਾਡਾ ਗੁਰੂ ਸ਼ਕਤੀਵਾਨ ਹੈ, ਜੇ ਇੰਨੀ ਤਾਕਤ ਰੱਖਦਾ ਹੈ, ਫਿਰ ਆਪਣਾ ਗ੍ਰੰਥ ਕਿਉਂ ਨਹੀਂ ਰਚ ਲੈਂਦਾ? ਆਖੋ ਸਤਨਾਮ। ਉਹ ਸਿੰਘ ਕਹਿਣ ਲੱਗਾ ਉਹ ਗੱਲ ਸੁਣ ਲਓ ਸਾਡੀ, ਤੁਸੀਂ ਗ੍ਰੰਥ ਨਹੀਂ ਦੇਣਾ ਕੋਈ ਗੱਲ ਨਹੀਂ, ਪਰ ਗੁਰੂ ਨੂੰ ਮਾੜੇ ਬੋਲ ਨਾ ਬੋਲੋ। ਦੇਖ ਲਓ ਫਿਰ ਇੱਥੇ ਕੰਮ ਜਾ ਕਰ ਦਾਂਗੇ ਤੁਹਾਡਾ। ਦੇਖ ਲਓ ਫਿਰ ਕਹਿੰਦੇ ਮਾੜੇ ਬੋਲ ਨਹੀਂ ਬੋਲਣੇ। ਇੱਥੋਂ ਚੱਲ ਕੇ ਫੇਰ ਮਹਾਰਾਜ ਜੀ ਦੇ ਕੋਲ ਆ ਗਏ। ਕਹਿੰਦੇ ਮਹਾਰਾਜ ਜੀ ਵੀ ਉਹਨਾਂ ਨੇ ਮਨਾ ਕਰ ਦਿੱਤਾ, ਉਹਨਾਂ ਨੇ ਗ੍ਰੰਥ ਦਿੱਤਾ ਨਹੀਂ ਹੈ। ਕਹਿੰਦੇ ਵੀ ਜੇ ਤੁਹਾਡਾ ਗੁਰੂ ਸ਼ਕਤੀਵਾਨ ਆ, ਕਰਾਮਾਤੀ ਆ, ਸ਼ਕਤੀਆਂ ਨੇ, ਤੇ ਫਿਰ ਆਪਣਾ ਗ੍ਰੰਥ ਕਿਉਂ ਨਹੀਂ ਰਚ ਲੈਂਦਾ? ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੌਂਕੜਾ ਮਾਰ ਕੇ ਬਹਿ ਗਏ। ਬਾਬਾ ਦੀਪ ਸਿੰਘ ਜੀ ਤੇ ਭਾਈ ਮਣੀ ਸਿੰਘ ਜੀ, ਇਹ ਲਖਾਰੀ ਸੀ ਦੋਨੇ ਜਣੇ। ਬਾਬਾ ਦੀਪ ਸਿੰਘ ਤੇ ਭਾਈ ਮਣੀ ਸਿੰਘ ਇਹ ਦੋਵੇਂ ਲਖਾਰੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੰਤਰ ਧਿਆਨ ਹੋ ਕੇ ਚੌਂਕੜਾ ਮਾਰ ਕੇ ਬਹਿ ਗਏ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਣੀ ਨੂੰ ਬੋਲ ਬੋਲ ਕੇ ਦੱਸਦੇ ਨੇ, ਤੇ ਇਹ ਦੋਵੇਂ ਜਣੇ ਲਿਖੀ ਜਾਂਦੇ ਨੇ। ਆਖੋ ਸਤਨਾਮ। ਇਸ ਤਰ੍ਹਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 5 ਗ੍ਰੰਥ ਤਿਆਰ ਕਰਵਾਏ। 5 ਗ੍ਰੰਥ ਹੱਥ ਲਿਖਤ ਤਿਆਰ ਕਰਵਾਏ। ਅੱਜ ਉਹ 5 ਗ੍ਰੰਥ ਮੌਜੂਦ ਪਏ ਨੇ। ਆਖੋ ਸਤਨਾਮ। ਜਿਹੜੇ ਗ੍ਰੰਥ ਲਿਖੀ ਹੈ ਬਾਣੀ, ਮਹਾਰਾਜ ਜੀ ਨੇ ਮੂੰਹ ਜਵਾਨੀ ਚੌਕੜਾ ਮਾਰ ਕੇ ਸਾਰੀ ਗੁਰਬਾਣੀ ਲਿਖਾਈ। ਉਹ ਜਿਹੜਾ ਪਹਿਲਾ ਗ੍ਰੰਥ ਸੀ ਉਹਦੇ ਨਾਲ ਮਿਲਾ ਕੇ ਦੇਖਿਆ, ਕੋਈ ਫਰਕ ਨਹੀਂ, ਇਨ ਬਿਨ ਬਿਲਕੁਲ ਉਹੀ ਸਿਹਾਰੀ ਬਿਹਾਰੀ ਅੱਖਰ ਸਾਰੇ ਹੋਈ।
एक फर्क जरूर सी, वो किहड़ा सी? जिहड़ा पहला ग्रंथ सी उहदे विच गुरु तेग बहादुर महाराज जी दी 9वें महल्ले दे श्लोक नहीं, जिन्हों आपां भोग दे श्लोक कहने आ, वो नहीं सी, क्योंकि उदों गुरु होए ही नहीं सी। जदों 9वें लिखने की सी, 5वें पातशाह तक, गुरु अर्जन देव महाराज तक गुरबाणी लिखी हुई सी, ते 6वें गुरु की बाणी गुरु तेग बहादुर महाराज जियां दी ते गुरमुख प्यारिओ गुरु गोबिंद सिंह महाराज जी ने वो गुरबाणी ग्रंथ दे विच लिखाई, ते बाकी ग्रंथ बाकी गुरबाणी इनमें सी। अज 5 तख्तां दे उत्ते जाओगे तो गुरु ग्रंथ साहिब महाराज जी हथ लिखत दे तुहानू दर्शन होणगे। आखो सतनाम। गुरु भाई समर्थ है, गुरु की नहीं कर सकता है। इस करके 10 पातशाह जगदी जोत कहते ने। 10वें पातशाह गुरु गोबिंद सिंह महाराज जी ने सारी गुरबाणी लिखाई सी। इसे करके 10 ही पातशाह जगदी जोत धन धन साहिब श्री गुरु ग्रंथ साहिब महाराज जी। नदेड़ की धरती ते महाराज जी ने जदों अंतिम समा देखे अपना भी हुण मैं सचखंड प्याना करना, तो गुरमुख प्यारे उस समय जदों सचखंड जाना सी ना, 22 शास्त्र शरीर दे उत्ते धारण कीते सी। 22 शास्त्र शरीर दे उत्ते धारण कीते सी। कनातां दे विच 2 कनातां लवाइयां, एक कनात दे विच श्री गुरु ग्रंथ साहिब महाराज जी प्रकाश कीते। तां गुरमुख प्यारे 5 पैसे नारियल रख के गुरु गोबिंद सिंह महाराज जी ने करके परिक्रमा 5 पैसे नारियल ला के गुरता गद्दी का तिलक ला के गुरु ग्रंथ साहिब महाराज जी नूं महाराज जी कहते आग्या भई अकाल की, भी आग्या अकाल पुरख की आग्या हुई, आग्या भई अकाल की तभी चलायो पंथ। महाराज जी कहते मैनू आग्या हुई सी अकाल पुरख की, तां मैं आज सिੱਖੀ धर्म पंथ नवा चलाया सी। आग्या भई अकाल की तभी चलायो पंथ। महाराज जी कहते सब सिखन को हुक्म है, गुरु मान्यो ग्रंथ। इस करके गुरु ग्रंथ साहिब महाराज जी साडे गुरु ने, ये प्रतख ने, हाजर नाजर ने। तो गुरमुख प्यारिओ जो असी बेनती करते हैं हाजर नाजर समझ के, प्रतख समझ के, तो गुरु जी साडी बेनती नूं प्रवान करते हैं। असी हाजर नाजर समझ के गुरु जी नूं वस्त्र पहनाउने आ, तो गुरु जी वस्त्र पहनते ने। गुरु जी नूं देग दा भोग लवाउने आ हाजर नाजर समझ के, तो गुरमुख प्यारे गुरु जी भोग लाउंदे ने। आखो सतनाम। इस करके भाई गुरु के चरणों के नाल जुड़ करके अपने समय और सवासां नूं सफले बनाउण दा यतन करिए। गुरबाणी सुनिए, गुरबाणी पढ़िए, सेवा करिए, सिमन करिए, अपने समय और सवासां नूं सफले बनाउण दा यतन करिए। लोक सुखीए परलोक सहेले, नानक हर प्रभ आपे मिले। जो अज देग दी सेवा हाजिर है, जो अज देग दी सेवा हाजिर है, सरदार कमिकर सिंह जी खूह वाले, सरदार कमिकर सिंह जी खूह वाले, इन्हां परिवार वालों देग दी सेवा हाजिर है। आओ हुण सलोक दे विच बोल के भाई रसन नूं करिए पवित्र। अरदास हुकमनामा साहिब कड़ाह प्रसाद दी देगां लै करके आपो अपने कारोबार करने आ। लोक सुखीए परलोक सहेले, नानक हर प्रभ आपे मिले। सलोक पवन गुरु पाणी पिता, माता तरत महत, दिस रात दोदाई दया, खेलै सगल जगत, चंगियाइयां बुरियाइयां, बचै धर्म हदूर,
ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ